ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਮਨ ਵਿੱਚ ਇੱਕ ਭਾਵਨਾ ਸੀ ਕਿ ਗੁਰਬਾਣੀ ਦੇ ਅਰਥਾਂ ਸਹਿਤ ਸਹਿਜ ਪਾਠ ਹਰ ਕੋਈ ਗੁਰਸਿੱਖ ਕਰੇ। ਇਸ ਭਾਵਨਾ ਨੂੰ ਸੇਵਾ ਸਮਝ ਕੇ ਗੁਰਸਿੱਖਾਂ ਦੇ ਘਰ ਤੱਕ ਇਹ ਖਜ਼ਾਨਾ ਪਹੁੰਚਾਉਣ ਵਾਸਤੇ ਜਿਤਨੀ ਕੁ ਮੱਤ ਵਾਹਿਗੁਰੂ ਜੀ ਨੇ ਦਿੱਤੀ, ਤੁੱਛ ਜੀ ਬੁੱਧੀ ਅਨੁਸਾਰ ਇਹ ਨਿਮਾਣਾ ਜਿਹਾ ਯਤਨ ਕੀਤਾ। ਸ਼ੁਕਰ ਵਾਹਿਗੁਰੂ ਜੀ ਦਾ। ਬੜੀ ਇੱਕ ਕਮਾਲ ਦੀ ਵੇਵ ਬਣ ਰਹੀ ਹੈ। ਤੁਸੀਂ ਸਾਰਿਆਂ ਨੇ ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜੇ। ਅੱਜ ਇੱਕ ਬੜੀ ਕਮਾਲ ਦੀ ਲਹਿਰ ਬਣ ਚੁੱਕੀ ਹੈ ਅਰਥਾਂ ਸਮੇਤ ਸਹਿਜ ਪਾਠ ਕਰਨ ਦੀ। ਬਹੁਤ ਪਿਆਰੇ ਇਹ ਫੀਡਬੈਕ ਦੇ ਰਹੇ ਨੇ, ਭਾਈ ਸਾਹਿਬ ਜੀ ਬਹੁਤ ਸੌਖਾ ਹੋ ਗਿਆ। ਕੋਈ ਕਹਿ ਰਿਹਾ ਹੈ ਬੱਚਿਆਂ ਲਈ ਵੀ ਸੌਖਾ ਹੋ ਗਿਆ ਕਰਨਾ। ਕੋਈ ਕਹਿ ਰਿਹਾ ਹੈ ਕਿ ਉਂਝ ਜੇ ਸੁਣਦੇ ਸੀ ਤਾਂ ਉਹ ਮਨ ਨਹੀਂ ਸੀ ਲਾਉਂਦੇ, ਹੁਣ ਉਹ ਸਮਝਣ ਵੀ ਲੱਗ ਗਏ ਨੇ। ਸ਼ੁਕਰ ਵਾਹਿਗੁਰੂ ਜੀ ਦਾ। ਇਸੇ ਭਾਵਨਾ ਦੇ ਨਾਲ ਇਹ ਸੇਵਾ ਸ਼ੁਰੂ ਕੀਤੀ ਸੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 104 ਦੇ ਉੱਪਰ ਅੰਕਿਤ ਪੰਚਮ ਪਾਤਸ਼ਾਹ ਦੇ ਬਚਨਾਂ ਤੋਂ ਗੁਰੂ ਕੀ ਭਰੋਸਾਈ ਹੋਈ ਬਖਸ਼ਿਸ਼ ਵਾਲੀ ਸੋਚ ਤੇ ਬਖਸ਼ਿਸ਼ ਵਾਲੇ ਜੀਵਨ ਦੀ ਸਿੱਖਿਆ ਪ੍ਰਾਪਤ ਕਰੀਏ ਜੀ। ਮਾਝ ਮਹੱਲਾ ਪੰਜਵਾਂ, ਮਾਝ ਰਾਗ ਦਾ 33ਵਾਂ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 26ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। 4 ਪਦਿਆਂ ਦਾ ਸ਼ਬਦ ਹੈ, ਕਿਉਂਕਿ ਚੌਪਦੇ ਨੇ। ਪਹਿਲਾਂ 7 ਚੌਪਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਨ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ੁਰੂ ਹੋਏ ਸੀ। 26ਵਾਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ, 7 ਗੁਰੂ ਰਾਮਦਾਸ ਸਾਹਿਬ ਜੀ ਦੇ, ਟੋਟਲ ਮਿਲਾ ਕੇ 23ਵਾਂ ਹੈ, 33ਵਾਂ ਹੈ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਆਹਾ। ਉਂਝ ਸੋਏ ਦੇ ਅਰਥ ਹੁੰਦੇ ਆ ਖਬਰ। ਮੇਰੇ ਵਾਹਿਗੁਰੂ ਜੀ ਦੀ ਭੇਜੀ ਹੋਈ ਖਬਰ, ਸੰਦੇਸ਼। ਜਿਉਣਾ ਕਿਵੇਂ ਹੈ ਤੂੰ, ਤੇਰਾ ਸੁਭਾਅ ਕੈਸਾ ਹੋਣਾ ਚਾਹੀਦਾ ਹੈ। ਇਹ ਖਬਰ, ਇਹ ਸੰਦੇਸ਼ ਕਿਹਨੇ ਸੁਣਾਇਆ? ਮੇਰੇ ਗੁਰੂ ਨੇ ਸੁਣਾਇਆ। ਗੁਰੂ ਦੀ ਗੁਰਬਾਣੀ ਵਿੱਚੋਂ ਜਿਹੜੇ ਉਪਦੇਸ਼ ਨੇ ਉਹ ਰੱਬੀ ਸੰਦੇਸ਼ ਨੇ, ਰੱਬ ਦੀ ਖਬਰ ਹੈ, ਰੱਬ ਦੀ ਆਵਾਜ਼ ਹੈ। ਸੁਣਨ ਦੇ ਅਰਥ ਹੁੰਦੇ ਨੇ ਮੰਨਣਾ। ਜਿਉਂ ਜਿਉਂ ਮੰਨਿਆ ਗੁਰੂ ਦੇ ਉਪਦੇਸ਼ ਨੂੰ, ਰੱਬੀ ਉਪਦੇਸ਼ ਨੂੰ, ਗਿਆਨ ਰੂਪੀ ਨਾਮ ਨੂੰ, ਰੱਬ ਦੀ ਖਬਰ ਨੂੰ, ਰੱਬ ਦੇ ਸੰਦੇਸ਼ ਨੂੰ ਜਦੋਂ ਮੰਨਿਆ ਨਾ, ਅੰਦਰ ਆਤਮਿਕ ਜੀਵਨ ਪੈਦਾ ਹੋ ਗਿਆ ਗੁਣਾ ਵਾਲਾ। ਤੂੰ ਪ੍ਰੀਤਮ ਠਾਕੁਰ ਅਤ ਭਾਰੀ, ਹੈ ਵਾਹਿਗੁਰੂ ਜੀ ਤੁਸੀਂ ਕਮਾਲ ਹੋ, ਮਾਲਕ ਹੋ। ਐਸੀਆਂ ਬਖਸ਼ਿਸ਼ਾਂ ਕਰਦੇ ਹੋ, ਐਸੀ ਕਿਰਪਾ ਕਰਦੇ ਹੋ ਸਤਿਗੁਰੂ ਜੀ, ਜ਼ੁਬਾਨ ਦੇ ਨਾਲ ਵਿਖਿਆਨ ਕਰਨਾ ਹੀ ਔਖਾ ਹੈ। ਸਭ ਤੁਹਾਡੀਆਂ ਬਖਸ਼ਿਸ਼ਾਂ ਨੇ। ਗੁਰੂ ਦੀ ਬਾਣੀ ਚੰਗੀ ਲੱਗੀ, ਤੁਹਾਡੀ ਕਿਰਪਾ ਹੈ। ਗੁਰੂ ਦੇ ਉਪਦੇਸ਼ ਮੰਨਣ ਦੀ ਸੋਝੀ ਆਈ, ਤੁਹਾਡੀ ਕਿਰਪਾ। ਕਿਸੇ ਨੇ ਸਾਨੂੰ ਪ੍ਰੇਰਿਤ ਕੀਤਾ, ਤੁਹਾਡੀ ਬਖਸ਼ਿਸ਼ ਸੀ, ਉਹਦੇ ਰਾਹੀਂ ਆਈ।
ਤੁਮਰੇ ਕਰਤਬ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਵਾਹਿਗੁਰੂ ਜੀ, ਤੁਹਾਡੇ ਕੌਤਕ, ਚੋਜ, ਤਮਾਸ਼ੇ ਤੁਸੀਂ ਹੀ ਜਾਣਦੇ ਹੋ। ਤੁਹਾਡਾ ਹੀ ਓਟ ਆਸਰਾ ਹੈ, ਤੁਸੀਂ ਹੀ ਸਭ ਦੀ ਪਾਲਣਾ ਕਰਨ ਵਾਲੇ ਗੋਪਾਲ ਵਾਹਿਗੁਰੂ ਜੀ। ਕੌਤਕ ਬੜੇ ਕਮਾਲ ਦੇ ਵਾਹਿਗੁਰੂ। ਕੋਈ ਸਾਨੂੰ ਪ੍ਰੇਰਿਤ ਕਰ ਦਿੰਦਾ ਹੈ, ਅੰਦਰ ਪ੍ਰੇਰਨਾ ਪੈਦਾ ਹੋ ਜਾਂਦੀ ਹੈ। ਜਿਹਨੇ ਸਾਨੂੰ ਪ੍ਰੇਰਿਤ ਕੀਤਾ ਉਹ ਵੀ ਰੱਬ ਦਾ ਕੌਤਕ ਹੀ ਸੀ। ਅੰਦਰੋਂ ਪ੍ਰੇਰਨਾ ਜਾਗੀ, ਉਹ ਵੀ ਰੱਬ ਦਾ ਕੌਤਕ ਹੀ ਸੀ। ਆਹਾ। ਕਦੀ ਗੁਰੂ ਘਰ ਜਾਂਦੇ ਸੀ, ਕਥਾ ਕੀਰਤਨ ਨਹੀਂ ਸੀ ਸੁਣਦੇ। ਰੱਬ ਦਾ ਕੌਤਕ ਵਾਪਰਿਆ, ਕਿਸੇ ਨੇ ਪ੍ਰੇਰਨਾ ਦਿੱਤੀ, ਅੰਦਰ ਪ੍ਰੇਰਨਾ ਜਾਗ ਪਈ, ਸੁਣਨ ਲੱਗ ਪਏ। ਫਿਰ ਸੁਣਦੇ ਸੀ, ਸਮਝ ਨਹੀਂ ਸੀ ਆਉਂਦੀ, ਸਿੱਖਣ ਨਹੀਂ ਸੀ ਤੁਰਦੇ। ਕਿਸੇ ਨੇ ਪ੍ਰੇਰਨਾ ਦਿੱਤੀ ਕਿ ਜਿੱਥੇ ਜਿੱਥੇ ਖਲੋਤੇ ਹੋ ਅੱਗੇ ਵਧੋ। ਬਸ ਚਾਹੇ ਕੋਈ ਬਾਹਰੋਂ ਪ੍ਰੇਰਿਤ ਕਰਦਾ ਹੈ ਤੇ ਚਾਹੇ ਅੰਦਰੋਂ ਪ੍ਰੇਰਨਾ ਮਿਲਦੀ ਹੈ, ਚਾਹੇ ਬਾਹਰੋਂ ਸਾਧਨ ਵਾਪਰਦੇ ਨੇ ਤੇ ਚਾਹੇ ਅੰਦਰੋਂ ਜਾਗਦਾ ਹੈ, ਸਭ ਤੇਰੇ ਕੌਤਕ ਨੇ ਵਾਹਿਗੁਰੂ। ਕਮਾਲ ਹੈ। ਤੇਰੇ ਕੌਤਕ ਵਰਤਦੇ ਨੇ ਇਹ ਮਨ ਰੱਬ ਦੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਂ ਕੇ ਪਰਉਪਕਾਰ ਕਰਨਾ ਵੀ ਸਿੱਖ ਜਾਂਦਾ ਹੈ ਤੇ ਰੱਬ ਦੀਆਂ ਗੁਰੂ ਦੀਆਂ ਵਡਿਆਈਆਂ ਕਰਨ ਦੀ ਵੀ ਯੁਕਤ ਆ ਜਾਂਦੀ ਹੈ। ਸੱਚ ਜਾਣਿਓ, ਗੁਰੂ ਦੇ ਉਪਦੇਸ਼ ਜਦੋਂ ਅੰਦਰੋਂ ਹਲੂਣਾ ਦਿੰਦੇ ਨੇ ਨਾ ਤੀਰ ਬਣ ਕੇ, ਫਿਰ ਗੂੰਗੇ ਮਨ ਵੀ ਬੋਲਣ ਲੱਗ ਜਾਂਦੇ ਨੇ। ਆਖੋ, ਜਿਹਨੂੰ ਕਦੀ ਚਾਰ ਬੰਦਿਆਂ 'ਚ ਗੱਲ ਨਹੀਂ ਸੀ ਕਰਨੀ ਆਉਂਦੀ, ਉਹ ਵੀ ਫਿਰ ਗੁਰੂ ਦੀਆਂ ਵਿਚਾਰਾਂ ਲੱਖਾਂ ਬੰਦਿਆਂ ਦੇ ਸਾਹਮਣੇ ਕਰਦਾ। ਗੁਰੂ ਦੀਆਂ ਵਡਿਆਈਆਂ ਕਰਨੀਆਂ, ਰੱਬ ਦੀਆਂ ਵਡਿਆਈਆਂ ਕਰਨੀਆਂ, ਰੱਬ ਦੇ ਗੁਣਾਂ ਨੂੰ ਜ਼ਿੰਦਗੀ ਜਿਉਣਾ, ਪਰਉਪਕਾਰ ਲਈ ਵਰਤਣਾ, ਇਹਨੂੰ ਕਹਿੰਦੇ ਨੇ ਗੁਣ ਗਾਉਣਾ। ਗੁਣ ਗਾਵਤ ਮਨ ਹਰਿਆ ਹੋਵੈ। ਆਹਾ। ਮਨ ਦੇ ਅੰਦਰ ਇੱਕ ਅਗੰਮੀ ਆਨੰਦ, ਆਤਮਿਕ ਆਨੰਦ, ਰਸ ਪੈਦਾ ਹੁੰਦਾ ਹੈ। ਹੁੰਦਾ ਕਦੋਂ ਹੈ? ਕਥਾ ਸੁਣਤ ਮਲ ਸਗਲੀ ਖੋਵੈ। ਗੁਰਬਾਣੀ ਦੇ ਅੰਦਰ ਗੁਰੂ ਦੇ ਉਪਦੇਸ਼ ਨੇ, ਉਪਦੇਸ਼ਾਂ ਦਾ ਜਦੋਂ ਵਿਖਿਆਨ ਕੀਤਾ ਜਾਂਦਾ ਹੈ, ਗੁਰਬਾਣੀ ਦਾ ਵਿਖਿਆਨ ਕੀਤਾ ਜਾਂਦਾ ਤੇ ਗੁਰਬਾਣੀ ਸਾਡੇ ਸੁਭਾਅ ਨੂੰ ਲੂਣੇ ਦਿੰਦੀ ਹੈ। ਗੁਰਬਾਣੀ ਵਿੱਚੋਂ, ਗੁਰਬਾਣੀ ਦੀ ਵਿਆਖਿਆ ਨੇ ਸਾਡੀ ਸੋਚ ਨੂੰ ਹਲੂਣੇ ਦੇਣੇ ਨੇ, ਸਾਡੇ ਵਰਤੋਂ ਵਿਵਹਾਰ ਦੇ ਤਰੀਕੇ ਨੂੰ ਹਲੂਣੇ ਦੇਣੇ ਨੇ। ਅਸੀਂ ਕਾਰੋਬਾਰ ਕਿਵੇਂ ਕਰ ਰਹੇ ਹਾਂ ਤੇ ਕਿੱਦਾਂ ਉਹਦੇ 'ਚ ਉਲਝਦੇ ਹਾਂ, ਉਸ ਨੂੰ ਹਲੂਣੇ ਦੇਣੇ ਨੇ ਸਾਡੀ ਸੋਚ ਨੂੰ। ਇਹਦੇ ਨਾਲ ਫਿਰ ਮੈਲ ਉਤਰਦੀ। ਆਖੋ, ਜੋ ਨਹੀਂ ਕਰਨਾ ਚਾਹੀਦਾ ਉਹਦੇ ਤੋਂ ਮੱਤ ਵੀ ਰੁਕਦੀ ਹੈ ਤੇ ਮਨ ਵੀ ਰੁਕਦਾ ਹੈ। ਐਵੇਂ ਹੀ ਉਲਝਦੇ ਜਾ ਰਹੇ ਸੀ, ਐਵੇਂ ਹੀ ਭਟਕਦੇ ਜਾ ਰਹੇ ਸੀ। ਕਥਾ ਸੁਣਤ ਮਲ ਸਗਲੀ ਖੋਵੈ। ਗੁਰੂ ਦੇ ਉਪਦੇਸ਼ਾਂ ਦੀ, ਰੱਬ ਦੇ ਉਪਦੇਸ਼ਾਂ ਦੀ, ਗਿਆਨ ਰੂਪੀ ਨਾਮ ਦੀ, ਧਿਆਨ ਰੂਪੀ ਨਾਮ ਦੀ, ਗੁਰੂ ਦੀ ਗੁਰਬਾਣੀ ਦੀ ਵਿਆਖਿਆ ਜਦੋਂ ਸੋਚ ਸੁਭਾਅ ਨਾਲ ਰਿਲੇਟਡ ਹੋ ਕੇ, ਬਿਹੇਵੀਅਰ ਨਾਲ ਰਿਲੇਟਡ ਹੋ ਕੇ ਲੂਣੇ ਮਿਲਣ ਲੱਗੇ ਤੇ ਫਿਰ ਮੈਲ ਉਤਰਨ ਲੱਗ ਪਈ। ਉਹ ਆਦਤਾਂ ਜ਼ਿੰਦਗੀ 'ਚੋਂ, ਸੋਚ ਸੁਭਾਅ 'ਚੋਂ ਨਿਕਲਣ ਲੱਗ ਪਈਆਂ। ਆਖੋ ਵਾਹਿਗੁਰੂ, ਜਿਹੜੀਆਂ ਆਦਤਾਂ ਕਰਕੇ ਜੀਵਨ ਉਲਝਦਾ ਜਾ ਰਿਹਾ ਸੀ। ਭੇਟਤ ਸੰਗ ਸਾਧ ਸੰਤਨ ਕੈ, ਸਦਾ ਜਪਉ ਦਇਆਲਾ ਜੀਓ। ਗੁਰੂ ਦਾ ਸੰਗ ਤੇ ਗੁਰੂ ਕੇ ਗੁਰਸਿੱਖਾਂ ਦਾ ਸੰਗ, ਗੁਰੂ ਦੇ ਬਚਨ ਤੇ ਗੁਰੂ ਦੇ ਗੁਰਸਿੱਖਾਂ ਦੇ ਬਚਨ, ਗੁਰੂ ਦੇ ਉਪਦੇਸ਼ ਤੇ ਗੁਰਸਿੱਖਾਂ ਦੇ ਸੁਭਾਅ, ਸੋਚ, ਪਰਉਪਕਾਰ ਵਿੱਚੋਂ ਨਿਕਲੇ ਹੋਏ ਹਲੂਣੇ ਰੱਬ ਨਾਲ ਜੁੜ ਜਾਂਦੇ ਜੇ। ਆਖੋ, ਤੇ ਫਿਰ ਦਿਆਲੂ ਵਾਹਿਗੁਰੂ ਜੀ ਦੀ ਇਹ ਬਖਸ਼ਿਸ਼ ਹੁੰਦੀ ਹੈ। ਇਹ ਇਸ ਤਰੀਕੇ ਨਾਲ ਬਖਸ਼ਿਸ਼ ਵਾਪਰਦੀ ਹੈ। ਪ੍ਰਭ ਆਪਣਾ ਸਾਸ ਸਾਸ ਸੰਭਾਰੋ। ਫਿਰ ਮਨ ਅੰਦਰ ਇੱਕ ਵਿਜ਼ਨ ਬਣ ਗਿਆ, ਇੱਛਾ ਬਣ ਗਈ। ਇਸ ਵਿਜ਼ਨ ਵਾਸਤੇ ਗੁਰੂ ਦੇ ਕੋਲ ਸਿੱਖਣ ਜਾਣਾ ਹੈ। ਵਿਜ਼ਨ ਕੀ ਹੈ? ਹਰ ਪਲ, ਹਰ ਸਵਾਸ, ਹਰ ਸਮੇਂ ਵਾਹਿਗੁਰੂ ਜੀ ਤੁਹਾਡੀ ਮਿੱਠੀ ਮਿੱਠੀ ਯਾਦ ਹਿਰਦੇ ਵਿੱਚ ਸੰਭਾਲ ਲਵਾਂ। ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜੀਵਨ ਜਿਉ। ਜ਼ਿੰਦਗੀ ਦਾ ਹਰ ਛੋਟਾ ਤੇ ਵੱਡਾ ਫੈਸਲਾ ਵਾਹਿਗੁਰੂ ਜੀ ਤੁਹਾਡੀ ਭੈ ਭਾਵਨੀ ਵਿੱਚ ਲਵਾਂ। ਆਖੋ, ਤੁਹਾਡੇ ਗੁਣਾਂ ਨਾਲ ਪਰਉਪਕਾਰ ਕਰਦਾ ਰਵਾਂ। ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਵਾਂ। ਆਹ ਵਿਜ਼ਨ ਲੈ ਕੇ ਜਾਣਾ ਸੀ। ਅਸੀਂ ਮੰਗਾਂ ਮੰਗਣ ਤੁਰ ਪਏ, ਸਾਨੂੰ ਮੰਗਾਂ ਮੰਗਣ ਦੀ ਪੂਰਤੀ ਵਾਸਤੇ ਤੋਰ ਦਿੱਤਾ। ਤੋਰਨ ਵਾਲੇ ਆਪ ਵੀ ਉਲਝੇ ਹੋਏ ਸੀ, ਅਸੀਂ ਵੀ ਉਲਝ ਗਏ। ਆਖੋ, ਪਰ ਜਦੋਂ ਆਹ ਅਵਸਥਾ ਮਿਲੀ ਕਿੱਥੋਂ? ਪਿਛਲੀ ਪੰਕਤੀ ਵਿੱਚ ਕਹਿੰਦੇ ਸਾਧ ਸੰਤਨ ਕੈ ਸੰਗ,
ਗੁਰੂ ਦਾ ਸੰਗ, ਗੁਰੂ ਦੇ ਪਿਆਰਿਆਂ ਦਾ ਸੰਗ। ਪਰ ਉਸ ਸੰਗ ਦੇ ਵਿੱਚੋਂ ਮਿਲਿਆ ਕਿ ਇਹ ਮਤ ਗੁਰ ਪ੍ਰਸਾਦ ਮਨ ਧਾਰੋ। ਇੱਕ ਸੋਚ ਬਣ ਗਈ ਮਤ। ਕਿਹੜੀ ਸੋਚ? ਗੁਰੂ ਤੋਂ ਸਿੱਖਣਾ ਹੈ, ਗੁਰ ਉਪਦੇਸ਼ ਨੂੰ ਸਮਝਣਾ ਹੈ, ਗੁਰੂ ਦੀ ਆਵਾਜ਼ ਨੂੰ ਸਮਝਣਾ ਹੈ, ਉਹਨੂੰ ਫੋਲੋ ਕਰਨਾ ਹੈ, ਜ਼ਿੰਦਗੀ 'ਚ ਪ੍ਰੈਕਟੀਕਲ ਮੰਨਣਾ ਹੈ। ਸੋਚ ਨੂੰ, ਸੁਭਾਅ ਨੂੰ ਗੁਰੂ ਦੀ ਉਪਦੇਸ਼ ਦੀ ਰੋਸ਼ਨੀ ਦੇ ਵਿੱਚ ਉਸ ਸੁਭਾਅ ਨੂੰ ਸ਼ਿੰਗਾਰਨਾ ਹੈ। ਇਹਦੇ ਵਿੱਚੋਂ ਗੁਰ ਸਰੂਪ ਦੀ ਬਖਸ਼ਿਸ਼ ਹੋਗੀ, ਗੁਰ ਪ੍ਰਸਾਦ। ਮਨ ਨੂੰ ਇੱਕ ਵਿਸ਼ਵਾਸ ਵੱਜ ਗਿਆ ਖੁਆ। ਮਨ ਇਸ ਮਾਰਗ ਤੇ ਤੁਰਨਾ ਸਿੱਖ ਗਿਆ। ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਬ ਮਾਇਆ ਪ੍ਰਤਪਾਲਾ ਜੀਓ। ਸਾਰਿਆਂ ਤੇ ਕਿਰਪਾ ਕਰਕੇ, ਤਰਸ ਕਰਕੇ, ਮਾਇਆ ਹੁੰਦਾ ਕਿਰਪਾ। ਮੰਮੇ ਨੂੰ ਕੰਨਾ ਹੋਵੇ ਨਾ ਤੇ ਮਾਇਆ, ਰੋਂਗ ਅਟੈਂਸ਼ਨ, ਮੰਮਾ ਮੁਕਤ ਹੈ, ਮਾਇਆ ਕਿਰਪਾ, ਤਰਸ। ਵਾਹਿਗੁਰੂ ਜੀ ਸਾਰਿਆਂ ਤੇ ਕਿਰਪਾ ਬਖਸ਼ਿਸ਼ ਦੀ ਪ੍ਰਤਪਾਲਨਾ ਕਰਦੇ, ਬਖਸ਼ਿਸ਼ ਦਿੰਦੇ ਨੇ। ਤੇ ਤੁਹਾਡੀ ਕਿਰਪਾ ਦੇ ਨਾਲ ਹੀ ਉਹ ਸੋਝੀ ਜਿਹੜੀ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਵਿੱਚੋਂ ਮਿਲਦੀ ਹੈ, ਜਿਹੜੀ ਸੋਝੀ ਗੁਰੂ ਦੇ ਉਪਦੇਸ਼ ਵਿੱਚੋਂ ਮਿਲਦੀ ਹੈ, ਜਿਸ ਸੋਝੀ ਦੇ ਨਾਲ ਅੰਦਰ ਆਨੰਦ ਖੇੜਾ ਵੀ ਆਉਂਦਾ, ਜਿਹਨੂੰ ਪ੍ਰਗਾਸਾ ਕਿਹਾ। ਵਾਹਿਗੁਰੂ ਜੀ, ਤੁਸੀਂ ਕਮਾਲ ਹੋ। ਕਮਾਲ ਹੈ ਤੁਹਾਡਾ ਨੈਟਵਰਕ, ਕਮਾਲ ਹੈ ਤੁਹਾਡੇ ਉਪਦੇਸ਼, ਕਮਾਲ ਹੈ ਮੇਰੇ ਗੁਰੂ ਦੀ ਬਾਣੀ, ਕਮਾਲ ਹੈ ਗੁਰਸਿੱਖੀ, ਧੰਨ ਗੁਰਸਿੱਖੀ, ਕਮਾਲ ਹੈ ਗੁਰੂ ਦੀ ਮੱਤ, ਗੁਰਮਤ, ਕਮਾਲ ਹੈ ਗੁਰੂ ਦੀ ਬਖਸ਼ੀ ਹੋਈ ਗੁਰਸਿੱਖੀ। ਸਤ 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 ਪ੍ਰਭ ਸੋਈ, ਸਮਝ ਲੱਗੀ। ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ, ਵਾਹਿਗੁਰੂ ਜੀ ਦੀਆਂ ਸ਼ਕਤੀਆਂ, ਵਾਹਿਗੁਰੂ ਜੀ ਦੇ ਗੁਣ, ਵਾਹਿਗੁਰੂ ਜੀ ਦੀ ਹੋਂਦ, ਐਗਜ਼ਿਸਟੈਂਸ, ਸਤ ਸਤ ਸਤ, ਸਦਾ ਹੈ, ਸਦਾ ਹੈ, ਸਦਾ ਹੈ। ਇਹ ਕਹਿ ਲਓ ਸਦੀਵੀ ਸੀ, ਸਦੀਵੀ ਹੈ, ਸਦੀਵੀ ਰਹੇਗੀ। ਉਹਦੀ ਵਡਿਆਈ ਸੱਚ ਹੈ। ਸਦਾ ਸਦਾ ਸਦ ਆਪੇ ਹੋਈ, ਆਹਾ। ਹਰ ਵੇਲੇ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਵਰਤਾਰੇ ਵਰਤਦੇ ਸੀ, ਵਰਤਦੇ ਹਨ, ਵਰਤਦੇ ਰਹਿਣਗੇ। ਵਾਹਿਗੁਰੂ ਜੀ ਦੀ ਕਲਾ ਦੇ ਵਰਤਾਰੇ ਨੇ। ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭਏ ਨਿਹਾਲਾ ਜੀਓ। ਜਦੋਂ ਗੁਰਮੁਖ ਸੁਭਾਅ ਬਣ ਗਿਆ ਨਾ, ਫਿਰ ਜ਼ਿੰਦਗੀ ਦਾ ਵਿੱਚ ਹਰ ਵਰਤਾਰਾ ਉਹਦਾ ਕੌਤਕ ਦਿਸਣ ਲੱਗ ਪਿਆ। ਉਹਦੇ ਹਰ ਵਰਤਾਰਾ ਜਦੋਂ ਕੌਤਕ ਦਿਸਿਆ ਤੇ ਹਰ ਕੌਤਕ ਵਿੱਚੋਂ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਮਹਿਸੂਸ ਹੋਏ। ਬਸ ਫਿਰ ਇਸ ਨਾਲ ਮਨ ਨਿਹਾਲ ਹੋ ਗਿਆ, ਅੰਦਰ ਆਨੰਦ ਖੇੜਾ ਬਣ ਗਿਆ। ਮਾਝ ਮਹੱਲਾ ਪੰਜਵਾਂ, ਅਗਲਾ ਸ਼ਬਦ ਮਾਝ ਰਾਗ ਦਾ 34ਵਾਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 27ਵਾਂ ਸ਼ਬਦ। ਸਤਿਗੁਰੂ ਜੀ ਇੱਕ ਦ੍ਰਿਸ਼ਟਾਂਤ ਦੇ ਰਹੇ ਨੇ। ਹੁਕਮੀ ਵਰਸਣ ਲਾਗੇ ਮੇਹਾਂ, ਬੱਦਲ ਵਰਸਦਾ ਨਾ, ਆਹਾ, ਬਾਰਿਸ਼ ਹੁੰਦੀ, ਕਮਾਲ ਹੈ। ਹਰ ਇੱਕ ਤੇ ਬੂੰਦਾ, ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ ਦੀਆਂ ਬੂੰਦਾਂ ਹਰ ਇੱਕ ਤੇ। ਪਰ ਕਦੋਂ? ਹੁਕਮੀ, ਜਦੋਂ ਉਹਦੇ ਨਿਜ਼ਮ ਨੂੰ ਸਮਝਿਆ, ਰੱਬ ਦੇ ਉਪਦੇਸ਼ ਨੂੰ ਸਮਝਿਆ, ਜਦੋਂ ਉਪਦੇਸ਼ ਨੂੰ ਫੋਲੋ ਕੀਤਾ, ਅੰਮ੍ਰਿਤਮਈ ਬਾਰਿਸ਼ ਸੁਭਾਅ ਵਿੱਚ ਹੋ ਗਈ, ਸੋਚ ਵਿੱਚ ਹੋ ਗਈ, ਜੀਵਨ ਵਿੱਚ ਹੋਣ ਲੱਗ ਪਈ। ਸਾਜਨ ਸੰਤ ਮਿਲ ਨਾਮ ਜਪੇਹਾ, ਗੁਰੂ ਨਾਲ ਮਿਲਾਪ ਹੋ ਗਿਆ। ਗੁਰੂ ਨੇ ਸੱਜਣ ਵਾਹਿਗੁਰੂ ਜੀ ਨਾਲ ਮਿਲਾਪ ਕਰਾ ਦਿੱਤਾ। ਸੱਜਣ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਉਪਦੇਸ਼ ਨੂੰ ਸਮਝਾ ਦਿੱਤਾ। ਗੁਰ ਸਰੂਪ ਸਿੱਖ ਦੀ ਮੱਤ ਵਿੱਚ ਰੱਖ ਦਿੱਤਾ। ਉਪਦੇਸ਼ ਅੰਦਰ ਹਰ ਵੇਲੇ ਗੁਰੂ ਦੀ ਆਵਾਜ਼ ਗੂੰਜਣ ਲੱਗ ਪਈ, ਉਪਦੇਸ਼ ਬਣ ਕੇ ਰਹਿਨਮਾਈ ਦੇਣ ਲੱਗ ਪਈ। ਸਤਿਗੁਰ ਸਰੂਪ ਅੰਦਰ ਪ੍ਰਗਟ ਹੋ ਗਿਆ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਕਿਸ਼ਮਾ ਵਾਪਰ। ਤੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿਤੇ ਮੈਨੂੰ ਲਏ ਛਡਾਏ। ਐਸੀ ਖੇਡ ਜ਼ਿੰਦਗੀ ਦਾ ਵਰਤਾਰਾ ਬਣ ਗਿਆ। ਇਹਨੂੰ ਕਹਿੰਦੇ ਨੇ ਨਾਮ ਜਪਣਾ। ਕਿੱਦਾਂ ਗੁਰੂ ਨੇ ਨਾਮ ਜਪਾਇਆ ਪ੍ਰੈਕਟੀਕਲ ਜੀਵਨ ਦਾ। ਸ਼ੀਤਲ ਸ਼ਾਂਤ ਸਹਿਜ ਸੁਖ ਪਾਇਆ, ਆਂਡ ਪਾਈ ਪ੍ਰਭ ਆਪੇ ਜੀਓ। ਸ਼ੀਤਲ, ਈਰਖਾ ਜੈਲਸ ਦੀ ਅੱਗ ਤੇ ਨਫ਼ਰਤ ਦੀ ਅੱਗ ਤੋਂ ਬਚਾ ਲਿਆ, ਆਖੋ ਵਾਹਿਗੁਰੂ। ਸ਼ਾਂਤ, ਅੰਦਰ ਵਿਕਾਰਾਂ ਦੀ ਅੱਗ ਤੋਂ ਬਚਾ ਲਿਆ। ਸਹਿਜ, ਅਡੋਲਤਾ ਦੇ ਦਿੱਤੀ।
ਸੁਖ, ਅੰਦਰ ਆਨੰਦ ਪੈਦਾ ਕਰ ਦਿੱਤਾ। ਠਾਂਡ ਪਾਈ ਪ੍ਰਭ ਆਪੇ ਜੀਓ। ਵਾਹਿਗੁਰੂ ਜੀ ਨੇ ਆਪੇ ਹੀ ਇਹ ਅੰਦਰ ਆਨੰਦ ਰਸ ਦੀ ਸ਼ਾਂਤੀ ਠੰਡ ਪਾ ਦਿੱਤੀ ਆਖੋ। ਆਪੇ ਹੀ ਵਾਹਿਗੁਰੂ ਜੀ ਨੇ ਬਖਸ਼ਿਸ਼ ਰੱਖ ਦਿੱਤੀ ਅੰਦਰ। ਸਭ ਕਿਛ ਬਹੁਤੋ ਬਹੁਤ ਉਪਾਇਆ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬੇਅੰਤ ਆਤਮਿਕ ਗੁਣਾਂ ਦਾ ਖਜ਼ਾਨਾ ਵੰਡ ਦਿੱਤਾ। ਬਹੁਤੋ ਬਹੁਤ ਆਤਮਿਕ ਗੁਣ ਪੈਦਾ ਕਰ ਦਿੱਤੇ, ਬੇਅੰਤ ਗੁਣ ਪੈਦਾ ਕਰ ਦਿੱਤੇ। ਬੇਅੰਤ ਵਿਚਾਰਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮਨ ਵਿੱਚੋਂ ਜਿਹੜੀਆਂ ਨੇ ਉਹ ਝਰਨੇ ਚਲਾ ਦਿੱਤੇ, ਜਿਹਨੂੰ ਭਗਤ ਕਬੀਰ ਜੀ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਅੰਦਰ ਸੋਝੀ ਦੀਆਂ ਲਹਿਰਾਂ, ਅੰਦਰ ਵਿਸ਼ਵਾਸ ਦੀਆਂ ਲਹਿਰਾਂ, ਅੰਦਰ ਰੱਬੀ ਪਿਆਰ ਤੇ ਗੁਰੂ ਦੇ ਪਿਆਰ ਦੀਆਂ ਤਰੰਗਾਂ, ਅੰਦਰ ਲਗਨ, ਜਜ਼ਬਾ, ਰਾਸੀ ਰਸ, ਬਹੁਤੋ ਬਹੁਤ ਪਾਇਆ। ਆਤਮਿਕ ਗੁਣ ਬਹੁਤ ਪੈਦਾ ਕਰ ਦਿੱਤੇ। ਕਰ ਕਿਰਪਾ ਪ੍ਰਭ ਸਗਲ ਰਜਾਇਆ। ਜਦੋਂ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਨਾ, ਹਰ ਇੱਕ ਨੂੰ ਸਬਰ ਸੰਤੋਖ ਦੇ ਦਿੱਤਾ। ਇੱਥੇ ਸਗਲ ਹਰ ਇੱਕ ਕੌਣ ਹੈ? ਜਿਹੜੇ ਜਿਹੜੇ ਵੀ ਉਸ ਮਨਸ਼ਾ ਧਾਰ ਕੇ ਗੁਰੂ ਨਾਲ ਜੁੜੇ, ਜਿਹੜੇ ਜਿਹੜੇ ਉਹ ਵਿਜ਼ਨ ਲੈ ਕੇ ਗੁਰੂ ਤੋਂ ਸਿੱਖਣ ਆਏ, ਤੇ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨਿਆ, ਉਹਨਾਂ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਨੇ ਰਜਾਇਆ, ਭਾਵ ਸਬਰ ਸੰਤੋਖ ਦੇ ਦਿੱਤਾ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਧਰਾਪੇ ਜੀਓ। ਵਾਹਿਗੁਰੂ ਜੀ, ਤੁਸੀਂ ਤੇ ਜਿਸ ਵੀ ਜੀਵ ਜੰਤੂ ਤੇ ਕਿਰਪਾ ਕਰਦੇ ਹੋ, ਉਹਨੂੰ ਧਰਾਪੇ ਤ੍ਰਿਪਤ ਕਰ ਦਿੰਦੇ ਹੋ, ਉਹਦੇ ਅੰਦਰ ਸਬਰ ਸੰਤੋਖ ਰੱਖ ਦਿੰਦੇ ਹੋ। ਮੇਰੇ ਤੇ ਵੀ ਕਿਰਪਾ ਕਰੋ ਵਾਹਿਗੁਰੂ ਜੀ, ਸਾਨੂੰ ਵੀ ਬਖਸ਼ ਦਿਓ, ਸਾਡੇ ਤੇ ਰਹਿਮਤ ਕਰੋ। ਸੱਚਾ ਸਾਹਿਬ ਸੱਚੀ ਨਾਈ। ਮੇਰੇ ਵਾਹਿਗੁਰੂ ਜੀ ਮੇਰੇ ਸਦੀਵੀ ਮਾਲਕ ਨੇ, ਉਹਨਾਂ ਦਾ ਨਿਆਂ ਸੱਚਾ ਹੈ, ਉਹਨਾਂ ਦੀ ਵਡਿਆਈ ਸੱਚੀ ਹੈ। ਗੁਰ ਪ੍ਰਸਾਦ ਤਿਸ ਸਦਾ ਧਿਆਈ। ਗੁਰੂ ਦੀ ਕਿਰਪਾ, ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਬਣ ਜਾਣੀ ਗੁਰੂ ਦੀ ਕਿਰਪਾ ਹੈ। ਇਸ ਦੇ ਨਾਲ ਵਾਹਿਗੁਰੂ ਜੀ ਵੱਲ ਧਿਆਨ ਹੁੰਦਾ ਹੈ, ਸਦਾ ਉਹਨੂੰ ਧਿਆਉਣਾ ਜੁਗਤ ਆ ਜਾਂਦੀ ਹੈ। ਹਰ ਵੇਲੇ ਧਿਆਨ ਹੈ ਗੁਰੂ ਸਾਹਿਬ ਕੀ ਕਹਿ ਰਹੇ ਨੇ, ਰੱਬੀ ਉਪਦੇਸ਼ ਕੀ ਹੈ, ਉਸ ਅਨੁਸਾਰ ਮੈਂ ਜੀਵਨ ਜਿਉਣਾ ਹੈ। ਹਰ ਵੇਲੇ ਅੰਦਰ ਭੈ ਹੈ, ਰੱਬ ਦੇ ਭੈ ਵਿੱਚ ਫੈਸਲੇ ਲੈਣੇ ਨੇ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਜਿਉਣਾ ਹੈ। ਹਰ ਵੇਲੇ ਧਿਆਨ ਰਹਿੰਦਾ ਮੈਂ ਰੱਬ ਦੀਆਂ ਦਾਤਾਂ ਵਰਤ ਰਿਹਾ ਤੇ ਰੱਬ ਦੇ ਸ਼ੁਕਰਾਨੇ ਵਿੱਚ ਜਿਉਣਾ ਹੈ। ਇਹ ਗੁਰੂ ਨੇ ਸਿਖਾਇਆ ਆਖੋ। ਸਦਾ ਧਿਆਈ। ਜਨਮ ਮਰਨ ਭੈ ਕਾਟੇ ਮੋਹਾ, ਸੋਗ ਬਿਨ ਸੇ ਸੋਗ ਸੰਤਾਪੇ ਜੀਓ। ਅੰਦਰ ਜਨਮ ਮਰਨ ਚੱਲਦਾ, ਗੁਣ ਮਰ ਜਾਂਦਾ ਹੈ, ਔਗਣ ਜਨਮ ਲੈ ਜਾਂਦਾ। ਆਪਣੇ ਸਕੇ ਭਰਾ ਨਾਲ ਜਦੋਂ ਅਣਬਣ ਹੋ ਜਾਂਦੀ ਹੈ ਨਾ, ਦੋਨਾਂ ਭਰਾਵਾਂ ਵਿੱਚ ਪਿਆਰ ਮਰ ਗਿਆ, ਨਫ਼ਰਤ ਨੇ ਜਨਮ ਲੈ ਲਿਆ। ਜਨਮ ਮਰਨ ਹੈ, ਅੰਦਰ ਔਗਣ ਪ੍ਰਵਿਰਤੀਆਂ ਆ ਜਾਂਦੀਆਂ। ਇਸ ਜਨਮ ਮਰਨ ਵਿੱਚੋਂ ਮਨ ਪਸ਼ੂ ਪ੍ਰਵਿਰਤੀਆਂ ਜਾਂਦਾ ਹੈ, ਮਨ ਜੂਨੀਆਂ 'ਚ ਜਾਂਦਾ ਹੈ, ਨਿਤ ਜਾਂਦਾ ਹੈ। ਪਿੱਛੇ ਆਇਆ ਸੀ ਨਾ, ਨਿਤ ਮਨਮੁਖ ਜੂਨੀਆਂ ਭੋਗਦਾ ਹੈ। ਉਹ ਜਿਹੜੇ ਜਨਮ ਮਰਨ ਨੇ ਨਾ, ਫਿਰ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਬਣ ਜਾਂਦੀ, ਕੱਟੇ ਜਾਂਦੇ ਨੇ। ਅੰਦਰੋਂ ਚਿੰਤਾ, ਪੀੜਾ, ਸੰਤਾਪ, ਸੋਗ ਨਿਕਲ ਜਾਂਦੇ, ਇਹਦੀ ਥਾਂ ਤੇ ਆਨੰਦ ਰਸ ਆ ਜਾਂਦਾ। ਸਾਸ ਸਾਸ ਨਾਨਕ ਸਾਲਾ ਹੈ। ਫਿਰ ਉਹ ਹਰ ਸਵਾਸ ਵਾਹਿਗੁਰੂ ਜੀ ਦੀ ਵਡਿਆਈ, ਗੁਰੂ ਦੀ ਵਡਿਆਈ, ਸਿਫਤ ਸਲਾਗਾ ਕਰਨ ਦੀ ਯੁਕਤ ਆਉਂਦੀ ਹੈ। ਸਿਮਰਤ ਨਾਮ ਕਾਟੇ ਸਭ ਫਾਹੇ। ਵਾਹਿਗੁਰੂ ਜੀ ਦੀ ਯਾਦ, ਸਿਮਰਨ, ਮਿੱਠੀ ਮਿੱਠੀ ਯਾਦ, ਸਿਮਰਨ ਦਾ ਰਸ। ਹਰ ਵੇਲੇ ਵਾਹਿਗੁਰੂ ਜੀ ਨੂੰ ਯਾਦ ਰੱਖ ਕੇ ਬੁਰੀਆਂ ਆਦਤਾਂ ਦੀ ਫਾਂਸੀ ਕੱਟੀ ਜਾਂਦੀ ਹੈ। ਆਖੋ ਵਾਹਿਗੁਰੂ, ਆਦਤਾਂ ਮਿਟ ਜਾਂਦੀ। ਉਹੀ ਤਾਂ ਕੂੜ ਦੀ ਪਾਲ ਹੈ, ਇਹੀ ਤਾਂ ਵਿਜ਼ਨ ਸੀ ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟਾ ਪਾਲ। ਇਹ ਜਦੋਂ ਇੱਛਾ ਬਣਦੀ ਹੈ, ਜਦੋਂ ਮਨ 'ਚ ਭਾਵਨਾ ਬਣਦੀ ਹੈ, ਪੂਰਨ ਆਸ ਕਰੀ ਖਿਨ ਭੀਤਰ, ਹਰ 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 ਗੁਣ ਜਾਪੇ ਜੀਓ। ਅੰਦਰੋਂ ਇੱਛਾ ਪੂਰੀ ਹੋ ਗਈ। ਆਖੋ ਪੂਰਨ ਆਸ। ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਸ਼ਾ ਇੱਛਾ ਪੂਰੀ ਕਰ ਦਿੱਤੀ। ਸਾਨੂੰ ਦੁਨਿਆਵੀ ਇੱਛਾ ਨਾਲ ਧਰਮ ਨਾਲ ਜੋੜਿਆ। ਅਸੀਂ ਧਰਮ ਨੂੰ ਦੁਨਿਆਵੀ ਇੱਛਾ ਪੂਰਤੀ ਦਾ ਸਾਧਨ ਮੰਨ ਲਿਆ। ਇਸ ਲਈ ਭਗਤਾਂ ਨੇ ਕਹਿ ਦਿੱਤਾ, ਲੋਗਨ ਨਾਮ ਖਿਲਾਉਣਾ ਜਾਣਾ, ਤਾਂ ਰੱਬ ਨੂੰ ਖਿਡਾਉਣਾ ਸਮਝਦੇ ਨੇ। ਇਹ ਵਾਹਿਗੁਰੂ ਜੀ ਆਹ ਚਾਹੀਦਾ ਆਹ ਦੇ ਦੇ, ਆਹ ਚਾਹੀਦਾ ਆਹ ਦੇ ਦੇ।
ਉਹਨਾਂ ਗੁਰੂ ਦੀ ਬਾਣੀ ਨੂੰ ਸਮਝਿਆ ਨਹੀਂ। ਹੋਰ ਪੰਕਤੀ ਹੈ, ਲੋਕ ਜਾਨਾ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਉਹ ਤਾਂ ਗੀਤ ਸਮਝ ਕੇ, ਕੰਨ ਰਸ ਸਮਝ ਕੇ ਸੁਣਦੇ ਨੇ। ਬੜਾ ਵਧੀਆ ਸੀ ਜੀ, ਬੜੀ ਵਧੀਆ ਆਵਾਜ਼ ਸੀ ਜੀ, ਬੜਾ ਵਧੀਆ ਟਿਊਨ ਸੀ। ਗੁਰੂ ਦੇ ਹੁਕਮ ਮੰਨਣੇ ਕੌੜੇ ਲੱਗ ਰਹੇ ਨੇ, ਕਿਉਂਕਿ ਸਮਝਾਇਆ ਹੀ ਇਹ ਗਿਆ, ਸਿਖਾਇਆ ਹੀ ਇਹ ਗਿਆ। ਜਿਹੜੀ ਇੱਛਾ ਸਾਡੇ ਅੰਦਰ ਬਣਨੀ ਚਾਹੀਦੀ ਸੀ, ਉਹ ਤਾਂ ਗੁਰੂ ਨੇ ਸਿਖਾਈ, ਗੁਰਬਾਣੀ ਨੇ ਸਿਖਾਈ। ਇੱਕ ਛਿਨ ਦੇ ਵਿੱਚ ਉਹ ਇੱਛਾ ਪੂਰੀ ਹੁੰਦੀ ਹੈ ਜਦੋਂ ਉਪਦੇਸ਼ ਮੰਨਣ ਦੀ ਭਾਵਨਾ ਹੁੰਦੀ ਹੈ। ਹਰ 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 ਗੁਣ ਜਾਪੇ ਜੀਓ। ਰੱਬ ਦੇ ਗੁਣਾਂ ਨੂੰ ਜ਼ਿੰਦਗੀ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ, ਗੁਣਾਂ ਦੀ ਵਿਚਾਰ ਕਰਨੀ, ਰੱਬ ਦੀਆਂ ਗੁਰੂ ਦੀਆਂ ਵਡਿਆਈਆਂ ਕਰਨੀਆਂ, ਰੱਬ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਜਿਉਣਾ ਬੜਾ ਚੰਗਾ ਲੱਗਣ ਲੱਗ ਪਿਆ। ਇਹੋ ਹੀ ਜਪ ਬਣ ਗਿਆ। ਪ੍ਰੈਕਟੀਕਲ ਜਿਉਣਾ ਹੀ ਜਪ ਬਣ ਜਾਂਦਾ ਹੈ। ਮਾਝ ਮਹੱਲਾ ਪੰਜਵਾਂ, ਮਾਝ ਰਾਗ ਦਾ 35ਵਾਂ ਸ਼ਬਦ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 28ਵਾਂ ਸ਼ਬਦ ਹੈ। ਇਸ ਅਗਲੇ ਸ਼ਬਦ ਵਿੱਚ ਗੁਰੂ ਪਾਤਸ਼ਾਹ ਕਹਿੰਦੇ, ਆਓ ਸਾਜਨ ਸੰਤ ਮੀਰਤ ਪਿਆਰੇ। ਸਾਡੀ ਸਾਂਝ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ? ਜਦੋਂ ਗੁਰੂ ਕੇ ਗੁਰਸਿੱਖ ਇੱਕ ਦੂਸਰੇ ਨੂੰ ਮਿਲਦੇ ਸੀ, ਵਿਚਾਰਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਸੀ? ਐ ਮੇਰੇ ਮਿੱਤਰ ਪਿਆਰਿਓ ਗੁਰਸਿੱਖੋ, ਆਓ ਮਿਲ ਗਾਵਾਂ ਗੁਣ ਅਗਮ ਅਪਾਰੇ। ਬੇਅੰਤ ਵਾਹਿਗੁਰੂ ਜੀ ਦੇ ਗੁਣਾਂ ਦੀਆਂ ਵਿਚਾਰਾਂ ਕਰੀਏ। ਆਓ ਰੱਬ ਦੀਆਂ ਬਖਸ਼ਿਸ਼ਾਂ ਬਾਰੇ ਵਿਚਾਰਾਂ ਕਰੀਏ। ਆਓ ਗੁਰਸਿੱਖ ਪਿਆਰਿਓ ਬੈਠ ਕੇ ਗੁਰੂ ਦੀ ਬਾਣੀ ਦੇ ਵਿੱਚੋਂ ਗੁਰੂ ਦੇ ਉਪਦੇਸ਼ ਦੀਆਂ ਵਿਚਾਰਾਂ ਕਰੀਏ। ਗੁਰਸਿੱਖੀ, ਗੁਰਮਤ, ਗੁਰਬਾਣੀ ਦੀਆਂ ਵਿਚਾਰਾਂ ਕਰੀਏ। ਪਰ ਸਾਡੀ ਵਿਚਾਰਧਾਰਾ, ਸਾਡੀਆਂ ਆਪਸ ਵਿੱਚ ਗੱਲਾਂ ਹੋਰ ਹੀ ਤਰ੍ਹਾਂ ਦੀਆਂ, ਨਿੰਦਾ, ਚੁਗਲੀ, ਝੱਖ ਮਾਰਨਾ, ਗੱਪਾਂ ਛੱਪਾਂ, ਪਤਾ ਨਹੀਂ ਕੀ ਕੁਛ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਝਾਤੀ ਨਹੀਂ ਮਾਰੀ। ਅਸੀਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ ਸੀ, ਆਪ ਅਰਥ ਸਮਝਣੇ ਸੀ, ਰਮਜਾਂ ਸਮਝਣੀਆਂ ਸੀ। ਭਾਵੇਂ ਤੁਸੀਂ ਮੈਨੂੰ ਨਹੀਂ, ਤੁਸੀਂ ਤੇ ਵੀਡੀਓ ਦੇਖ ਰਹੇ ਹੋ, ਮੈਂ ਤੁਹਾਨੂੰ ਨਹੀਂ ਦੇਖ ਰਿਹਾ। ਭਾਵੇਂ ਮੈਨੂੰ ਨਹੀਂ ਪਤਾ ਕਿ ਕੌਣ ਕੌਣ ਪਰਿਵਾਰ ਇਹਦਾ ਲਾਹਾ ਲੈ ਰਹੇ ਨੇ, ਪਰ ਮੈਂ ਇਸ ਵੀਡੀਓ ਰਾਹੀਂ ਜਦੋਂ ਤੁਹਾਡੇ ਕੋਲੇ ਆਉਣਾ ਹੈ ਨਾ, ਇਹਦੇ ਪਿੱਛੇ ਉਹੀ ਸਾਂਝ ਹੈ ਜਿਹੜੇ ਗੁਰਸਿੱਖ ਕਹਿੰਦੇ ਨੇ ਕਿ ਆਓ ਗੁਰਸਿੱਖੋ ਗੁਰੂ ਦੀਆਂ ਵਿਚਾਰਾਂ ਕਰੀਏ, ਰੱਬ ਦੀਆਂ ਵਿਚਾਰਾਂ ਕਰੀਏ। ਉਹੀ ਭਾਵਨਾ ਵਾਲੇ ਜੁੜੇ ਨੇ। ਮੈਨੂੰ ਭਾਵੇਂ ਤੁਸੀਂ ਨਹੀਂ ਦਿਸ ਰਹੇ, ਪਰ ਮੈਨੂੰ ਤੁਹਾਡੀਆਂ ਅਸੀਸਾਂ ਜ਼ਰੂਰ ਮਿਲ ਰਹੀਆਂ ਨੇ। ਜਿਹੜੇ ਪਰਿਵਾਰ ਸਮੇਤ ਬੈਠਦੇ ਨੇ, ਜਿਹੜੇ ਬੱਚਿਆਂ ਨਾਲ ਬੈਠਦੇ ਨੇ, ਤੁਹਾਡੀਆਂ ਅਸੀਸਾਂ ਮੈਨੂੰ ਮਿਲ ਰਹੀਆਂ। ਭਾਵੇਂ ਤੁਸੀਂ ਬੋਲ ਕੇ ਕਹੋ ਜਾਂ ਨਾ ਕਹੋ, ਚਾਹੇ ਤੁਸੀਂ ਕਮੈਂਟ ਲਿਖੋ ਜਾਂ ਨਾ ਲਿਖੋ, ਪਰ ਤੁਹਾਡੀ ਜਿਹੜੀ ਅੰਦਰਲੀ ਭਾਵਨਾ ਹੈ ਨਾ, ਜਿਹੜਾ ਤੁਹਾਨੂੰ ਆਨੰਦ ਆ ਰਿਹਾ ਹੈ, ਉਹਨਾਂ ਅਸੀਸਾਂ ਨੇ ਮੈਨੂੰ ਅਹਿਸਾਸ ਕਰਾ ਦਿੱਤਾ ਮੈਂ ਅੰਦਰੋਂ ਅਮੀਰ ਹਾਂ ਤੁਹਾਡੀਆਂ ਅਸੀਸਾਂ ਸਦਕੇ, ਕਿਉਂਕਿ ਤੁਹਾਡੀਆਂ ਅਸੀਸਾਂ ਮੇਰੇ ਲਈ ਗੁਰੂ ਦੀ ਬਖਸ਼ਿਸ਼ ਹੈ। ਆਹ ਭਾਵਨਾ ਹੋਵੇ, ਆਓ ਪਿਆਰਿਓ ਬੈਠ ਕੇ ਗੱਲਾਂ ਕਰੀਏ ਗੁਰੂ ਕੀਆਂ। ਸ਼ੁਕਰ ਵਾਹਿਗੁਰੂ ਜੀ ਦਾ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਬਹਾਨੇ ਅੱਧਾ ਘੰਟਾ ਤਾਂ ਗੁਰੂ ਕੀਆਂ ਵਿਚਾਰਾਂ ਕਰਨ ਦਾ ਆਪਾਂ ਨੂੰ ਮੌਕਾ ਮਿਲ ਰਿਹਾ ਹੈ। ਅੱਜ ਮਾਡਰਨ ਟੈਕਨੋਲੋਜੀ ਹੈ। ਅੱਜ ਮੈਂ ਕਿਤੇ ਬੈਠਾ, ਤੁਸੀਂ ਕਿਤੇ ਬੈਠੇ ਹੋ। ਮਾਡਰਨ ਟੈਕਨੋਲੋਜੀ ਰਾਹੀਂ ਸ਼ੁਕਰ ਵਾਹਿਗੁਰੂ ਜੀ ਦਾ ਅੱਜ ਆਪਾਂ ਦੂਰ ਦੂਰ ਬੈਠੇ ਵੀ ਇਹ ਗੁਰੂ ਕੀਆਂ ਵਿਚਾਰਾਂ ਕਰ ਰਹੇ ਹਾਂ। ਐਸੀ ਭਾਵਨਾ ਗੁਰਸਿੱਖਾਂ ਦੇ ਅੰਦਰ ਹੋਣੀ ਚਾਹੀਦੀ ਹੈ। ਇਹ ਉਦੋਂ ਬਣੇਗੀ ਜਦੋਂ ਇਹ ਸਮਝ ਪੈਗੀ, ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਓ। ਗੁਰੂ ਦੀਆਂ ਵਿਚਾਰਾਂ ਕਰਨੀਆਂ, ਇਹਨੂੰ ਕਹਿੰਦੇ ਨੇ ਗਾਉਣਾ। ਗੁਰੂ ਦੀਆਂ ਵਿਚਾਰਾਂ ਸੁਣਨੀਆਂ, ਰੱਬ ਦੀਆਂ ਵਿਚਾਰਾਂ ਸੁਣਨੀਆਂ। ਗਾਵਤ ਸੁਣਨ ਦੇ ਅਰਥ ਹੈ ਡਿਸਕਸ਼ਨ ਕਰਨੀ। ਸੁਣਨਾ, ਕਹਿਣ ਵਾਲੇ ਨੇ ਵਿਚਾਰ ਕਰਕੇ ਸਿੱਖਣਾ, ਸੁਣਨ ਵਾਲੇ ਨੇ ਸੁਣ ਕੇ ਸਿੱਖਣਾ। ਕਿਉਂਕਿ ਸਾਡਾ ਨਾਮ ਹੈ ਸਿੱਖ। ਅਸੀਂ ਸਿੱਖਦੇ ਹਾਂ, ਸਿੱਖਦੇ ਰਹਿਣਾ, ਸਿੱਖਦੇ ਸਿੱਖਦੇ ਹੀ ਮਰ ਜਾਣਾ। ਦੁਨਿਆਵੀ ਪਦਵੀਆਂ ਦੀ ਕੋਈ ਖਿੱਚ ਨਹੀਂ ਹੈ, ਸਾਨੂੰ ਚਾਹੀਦਾ ਅਸੀਂ ਸਿੱਖ ਬਣ ਸਕੀਏ। ਆਖੋ, ਉਸ ਗਾਵਤ ਸੁਣਤ ਸਭੇ ਹੀ ਮੁਕਤੇ। ਗੁਰੂ ਕੀਆਂ ਵਿਚਾਰਾਂ ਕਰਦਿਆਂ ਸੁਣਦਿਆਂ ਬੁਰੀਆਂ ਆਦਤਾਂ ਤੋਂ ਮਨ ਨੂੰ ਮੁਕਤ ਹੋਣ ਦੀ ਯੁਗਤ ਆ ਜਾਂਦੀ ਹੈ। ਇਹਨੂੰ ਉਹ ਪਾਸਾ ਚੰਗਾ ਨਹੀਂ ਲੱਗਦਾ, ਫਿਰ ਗੁਰੂ ਦਾ ਮਾਰਗ ਬੜਾ ਚੰਗਾ ਲੱਗਦਾ। ਫਿਰ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ, ਇਹਨੂੰ ਧਿਆਉਣਾ ਆ ਜਾਂਦਾ। ਆਖੋ ਵਾਹਿਗੁਰੂ। ਧਿਆਨ ਗੁਰੂ ਦੇ ਉਪਦੇਸ਼ ਵੱਲ, ਰੱਬੀ ਉਪਦੇਸ਼ ਵੱਲ ਰਹਿੰਦਾ ਹੈ।
ਇਹ ਗਿਆਨ ਰੂਪੀ ਨਾਮ ਨੂੰ ਧਿਆਉਣਾ ਹੈ, ਉਹਦੇ ਅਨੁਸਾਰ ਜੀਵਨ ਜਿਉਣਾ, ਮੰਨਣਾ। ਗਿਆਨ ਰੂਪੀ ਨਾਮ ਨੂੰ ਧਿਆਉਣਾ ਹੈ, ਜ਼ਿੰਦਗੀ ਵਿੱਚ ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ, ਰੱਬੀ ਉਪਦੇਸ਼ ਨੂੰ ਮੰਨਣਾ। ਧਿਆਨ ਰੂਪੀ ਨਾਮ ਹੈ ਰੱਬ ਦੇ ਭੈ ਵਿੱਚ ਫੈਸਲੇ ਲੈਣੇ ਤੇ ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ। ਜਿਨ ਹਮ ਕੀਏ ਜੀਓ, ਜਿਸ ਵਾਹਿਗੁਰੂ ਜੀ ਨੇ ਸਾਨੂੰ ਪੈਦਾ ਕੀਤਾ ਹੈ, ਉਹਨੂੰ ਧਿਆਉਣਾ। ਜਨਮ ਜਨਮ ਕੇ ਕਿਲ ਵਿਖ ਜਾਵਹਿ, ਜਨਮ ਜਨਮ, ਫਿਰ ਸਮਝਿਓ ਪਤਾ ਨਹੀਂ ਕਿਤਨੇ ਵਾਰੀ ਬਚਪਨ ਵਿੱਚ, ਟੀਨਏਜ ਵਿੱਚ, ਜਵਾਨੀ ਵਿੱਚ ਕਿੰਨੇ ਵਾਰੀ ਨਫ਼ਰਤ ਦਾ ਜਨਮ ਹੋਇਆ ਹੈ। ਉਸ ਨਫ਼ਰਤ ਦੇ ਜਨਮ ਨੇ ਹੰਕਾਰ ਨੂੰ ਵਧਾਇਆ ਹੈ, ਉਸਨੇ ਅੰਦਰੋਂ ਸੈਲਫਿਸ਼ ਬਣਾ ਦਿੱਤਾ ਹੈ। ਪਤਾ ਨਹੀਂ ਕਿਤਨੇ ਵਾਰੀ ਲੋਭ ਦੀਆਂ ਤਰੰਗਾਂ, ਸਵਾਰਥ ਦੀਆਂ ਤਰੰਗਾਂ ਉੱਠੀਆਂ ਨੇ। ਇਹਨਾਂ ਨਾਲ ਜਿੰਨੇ ਵਾਰੀ ਇਹ ਜਨਮ ਹੋਇਆ, ਅੰਦਰ ਵਿਚਾਰਾਂ ਵਿੱਚ, ਸੋਚਾਂ ਵਿੱਚ, ਭਾਵਨਾ ਵਿੱਚ, ਜਜ਼ਬਿਆਂ ਵਿੱਚ, ਉਹਨੇ ਵਾਰੀ ਮੈਲ ਚੜ ਗਈ ਹੈ, ਆਖੋ ਉਹਨੇ ਵਾਰੀ ਅੰਦਰ ਜ਼ਹਿਰ ਭਰ ਗਈ ਹੈ। ਤੇ ਜਿੰਨਾ ਸੁਣਾਂਗੇ ਗੁਰੂ ਦੀ ਬਾਤ ਨੂੰ, ਜਿੰਨਾ ਵਿਚਾਰਾਂਗੇ, ਜਿੰਨਾ ਮੰਨਾਂਗੇ, ਜਿੰਨਾ ਗੁਰਮਤਿ ਦੇ ਮਾਰਗ ਤੇ ਹੋਰ ਰਸ ਮਾਣਾਂਗੇ, ਹੋਰ ਰਸ ਮਾਣਾਂਗੇ, ਜਿੰਨਾ ਅੱਗੇ ਵੱਧਦੇ ਜਾਵਾਂਗੇ, ਇਹ ਜਨਮ ਜਨਮ ਦੀ ਜਿਹੜੀ ਕਿਲਵਿਖ ਦੀ ਮੈਲ ਲੱਗੀ ਹੋਈ ਹੈ ਨਾ, ਇਹ ਉਤਰਦੀ ਜਾਏਗੀ, ਆਖੋ ਮਨ ਚਿੰਦੇ ਸਈ ਫਲ ਪਾਵਹਿ। ਮੈਂ ਫਿਰ ਦੁਹਰਾ ਦਿਆਂ, ਦੁਨਾਵੀ ਮੰਗਾਂ ਨਹੀਂ, ਜਿਨ੍ਹਾਂ ਨੇ ਆਹ ਮੰਗ ਆਪਣੇ ਮਨ ਵਿੱਚ ਰੱਖੀ, ਮੈਂ ਗੁਰਮੁਖ ਬਣਨਾ ਹੈ, ਮੈਂ ਗੁਰਸਿੱਖ ਬਣਨਾ ਹੈ। ਘਰ ਘਰ ਤੱਕ ਸੰਦੇਸ਼ ਪਹੁੰਚਾ ਦਿਓ। ਗੁਰੂ ਤੋਂ ਦੁਨਿਆਵੀ ਮੰਗਾਂ ਮੰਗਣ ਦੀ ਬਜਾਏ ਇੱਕੋ ਮੰਗ ਮੰਗ ਲਓ, ਸਤਿਗੁਰੂ ਜੀ ਤੁਹਾਡੀਆਂ ਨਜ਼ਰਾਂ 'ਚ ਗੁਰਸਿੱਖ ਬਣਨਾ ਆ ਜਾਵੇ, ਗੁਰੂ ਨੇ ਘਾਟ ਨਹੀਂ ਕੋਈ ਆਉਣ ਦੇਣੀ। ਵਾਹਿਗੁਰੂ ਜੀ ਤੁਹਾਡੀਆਂ ਨਜ਼ਰਾਂ ਵਿੱਚ ਰੱਬੀ ਮਾਰਗ ਤੇ ਤੁਰਨ ਵਾਲਾ ਬੰਦਾ ਬਣਨ ਦੀ ਯੋਗਤਾ ਸਿਖਾ ਦਿਓ, ਵਾਹਿਗੁਰੂ ਜੀ। ਜਿਨ੍ਹਾਂ ਦੇ ਅੰਦਰ ਇੱਛਾ ਬਣੀ, ਉਹਨਾਂ ਨੇ ਫਲ ਪਾਇਆ। ਜਿਨ੍ਹਾਂ ਦੇ ਅੰਦਰ ਇੱਛਾ ਹੀ ਨਹੀਂ ਬਣੀ, ਉਹ ਇਸ ਫਲ ਤੋਂ ਵਾਂਝੇ ਰਹਿ ਗਏ। ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜ਼ਕ ਸਬਸ ਕੋ ਦੀਏ ਜੀਓ। ਜਿਸ ਵਾਹਿਗੁਰੂ ਜੀ ਨੇ ਹਰ ਇੱਕ ਨੂੰ ਰਿਜ਼ਕ ਦਿੱਤਾ ਹੈ, ਹਰ ਇੱਕ ਦੇ ਲਈ ਪ੍ਰਬੰਧ ਕਰਦੇ ਨੇ, ਉਹ ਵਾਹਿਗੁਰੂ ਜੀ ਸਾਡੇ ਮਾਲਕ ਨੇ, ਸੱਚੇ ਮਾਲਕ ਨੇ, ਸੱਚ ਸੁਆਮੀ। ਉਸ ਨੂੰ ਸਿਮਰ, ਉਹਦੀ ਮਿੱਠੀ ਮਿੱਠੀ ਯਾਦ ਮਨ ਵਿੱਚ ਹੋਵੇ, ਰੱਬ ਦੇ ਉਪਦੇਸ਼ਾਂ ਵੱਲ ਹਰ ਵੇਲੇ ਧਿਆਨ ਹੋਵੇ, ਰੱਬੀ ਭੈ ਵਿੱਚ ਫੈਸਲੇ ਹੋਣ, ਹਰ ਵੇਲੇ ਦਾਤ ਨੂੰ ਵਰਤਦਿਆਂ ਦਾਤੇ ਦੀ ਯਾਦ, ਦਾਤੇ ਦਾ ਸ਼ੁਕਰਾਨਾ ਹੋਵੇ। ਇਹ ਰੱਬ ਦੀ ਸੇਵਾ ਹੈ, ਗੁਰੂ ਦੇ ਉਪਦੇਸ਼ ਮੰਨਣੇ ਗੁਰੂ ਦੀ ਸੇਵਾ ਹੈ। ਜਿਨ ਸੇਵਿਆ ਸੋ ਪਾਰ ਗਰਾਮੀ, ਕਾਰਜ ਸਗਲੇ ਥੀਏ ਜੀਓ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਮੰਨ ਕੇ ਗੁਰੂ ਦੀ ਸੇਵਾ ਕੀਤੀ, ਉਪਦੇਸ਼ ਮੰਨਣਾ ਸੇਵਾ ਹੈ। ਜਿਨ੍ਹਾਂ ਰੱਬੀ ਉਪਦੇਸ਼ ਮੰਨ ਕੇ ਰੱਬ ਦੀ ਯਾਦ ਵਿੱਚ ਜਿਉਇਆ, ਰੱਬ ਦੀ ਸੇਵਾ, ਪਾਰ ਗਰਾਮੀ, ਉਹ ਗੁਰਮੁਖ ਸੁਭਾਅ ਵਿੱਚ, ਗੁਰਮਤ ਵਾਲੀ ਸੋਚ ਵਿੱਚ ਕਿਨਾਰੇ ਲੱਗਣ ਯੋਗ ਹੋ ਗਏ, ਆਖੋ ਵਾਹਿਗੁਰੂ। ਪਾਰ ਗਰਾਮੀ ਹੁੰਦਾ ਪਾਰ ਪਹੁੰਚਣ ਵਾਲਾ, ਪਰਲੇ ਕਿਨਾਰੇ ਤੇ ਪਹੁੰਚਣ ਦੇ ਯੋਗ ਹੋ ਗਿਆ। ਆਏ ਪਿਆ ਤੇਰੀ ਸ਼ਰਨਾਈ, ਹੈ ਵਾਹਿਗੁਰੂ ਜੀ ਤੁਹਾਡੀ ਸ਼ਰਨ ਆਏ ਹਾਂ, ਰੱਖ ਲਓ। ਗੁਰਮੁਖ ਸੁਭਾਅ ਦੇ ਦਿਓ, ਗੁਰਮਤ ਵਾਲੀ ਸੋਚ ਦੇ। ਹਰ ਗੁਰਸਿੱਖ ਆਪਣੇ ਅੰਦਰ ਇੱਕ ਤੜਫ ਜਗਾਓ, ਇੱਕ ਭੁੱਖ ਪੈਦਾ ਕਰੋ, ਅਰਦਾਸ ਕਰੋ, ਵਾਹਿਗੁਰੂ ਜੀ ਘਰ ਵਿੱਚ ਗੁਰਸਿੱਖੀ, ਗੁਰਬਾਣੀ, ਗੁਰਮਤ ਬਣੀ ਰਹੇ। ਦੁਨਿਆਵੀ ਘਾਟਾ ਪੈ ਗਿਆ, ਕੋਈ ਗੱਲ ਨਹੀਂ। ਮਾਨ ਸਨਮਾਨ ਨਹੀਂ ਮਿਲਿਆ, ਕੋਈ ਗੱਲ ਨਹੀਂ। ਲੋਕ ਵਿਰੋਧ ਕਰਦੇ, ਨਿੰਦਾ ਕਰਦੇ, ਕੋਈ ਗੱਲ ਨਹੀਂ। ਪਰ ਘਰ ਵਿੱਚ ਸਿੱਖੀ, ਗੁਰਬਾਣੀ, ਗੁਰਮਤ ਬਣੀ ਰਵੇ, ਬਸ ਇਹ ਸਭ ਤੋਂ ਵੱਡੀ ਸੰਤ। ਜਿਨ੍ਹਾਂ ਜਿਨ੍ਹਾਂ ਦੇ ਨਾਮਾਂ ਨਾਲ ਸਿੰਘ ਹੈ ਨਾ, ਘਰ ਵਿੱਚ ਕੌਰ ਸ਼ਬਦ ਹੈ। ਯਾਦ ਰੱਖਿਓ, ਤੁਹਾਡੇ ਵੱਡ ਵਡੇਰਿਆਂ ਚੋਂ ਕਿਸੇ ਨੇ ਅੰਮ੍ਰਿਤ ਛਕਿਆ ਸੀ ਤਾਂ ਸਿੰਘ ਤੇ ਕੌਰ ਸ਼ਬਦ ਆਇਆ ਸੀ, ਐਵੇਂ ਨਹੀਂ। ਗੁਰੂ ਸਾਹਿਬ ਦੇ ਹੁੰਦਿਆਂ ਜਿਨ੍ਹਾਂ ਅੰਮ੍ਰਿਤ ਛਕਿਆ ਸੀ, ਉਹਨਾਂ ਦੇ ਨਾਮ ਨਾਲ ਹੀ ਸਿੰਘ ਜਾਂ ਕੌਰ ਸੀ, ਬੀਬੀਆਂ ਦੇ ਕੌਰ ਤੇ ਬੰਦਿਆਂ ਦੇ ਸਿੰਘ। ਤੁਹਾਡੀ ਪੀੜ੍ਹੀ ਵਿੱਚੋਂ ਕਿਤੇ ਨਾ ਕਿਤੇ ਜਾ ਕੇ ਇਹ ਅੰਮ੍ਰਿਤ ਦੀ ਲੜੀ ਟੁੱਟੀ ਹੋਏਗੀ। ਟੁੱਟ ਗਈ ਲੜੀ, ਧੰਨ ਨੇ ਉਹ ਜਿਨ੍ਹਾਂ ਦੇ ਅੰਦਰ ਇਹ ਲੜੀ ਟੁੱਟੀ ਨਹੀਂ, ਉਹਨਾਂ ਨੂੰ ਇਹਦੀ ਕੀਮਤ ਪਤਾ। ਇਹ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਦੇ ਅੰਦਰ ਤੜਫ ਹੈ, ਮੇਰੇ ਘਰ ਵਿੱਚੋਂ ਗੁਰਸਿੱਖੀ, ਗੁਰਬਾਣੀ, ਗੁਰਮਤ ਪੀੜ੍ਹੀ ਦਰ ਪੀੜ੍ਹੀ ਇਹ ਲੜੀ ਟੁੱਟੇ ਨਾ। ਨਾਮ ਜਪਤ ਸਰਬ ਸੁਖ ਪਾਈ ਹੈ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ, ਇਹਦੇ ਨਾਲ ਆਤਮਿਕ ਆਨੰਦ, ਆਤਮਿਕ ਸੁਖ ਮਿਲਦਾ ਹੈ।
ਸਭ ਭਉ ਬਿਨਸੈ ਹਰ ਹਰ ਧਿਆਈਐ। ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਧਿਆ ਕੇ ਸਾਰੇ ਭਉ ਦੂਰ ਹੋ ਜਾਂਦੇ ਨੇ। ਜਿਨ ਸੇਵਿਆ ਸੋ ਪਾਰਗ੍ਰਾਮੀ, ਕਾਰਜ ਸਗਲੇ ਥੀਏ ਜੀਓ। ਪਾਰਗ੍ਰਾਮੀ, ਕਿਨਾਰੇ ਲੱਗਣ ਯੋਗ ਹੋ ਗਏ, ਪਹੁੰਚਣ ਦੇ ਯੋਗ ਹੋ ਗਏ। ਆਏ ਪਿਆ ਤੇਰੀ ਸ਼ਰਨ ਆਈ, ਵਾਹਿਗੁਰੂ ਜੀ ਤੁਹਾਡੀ ਸ਼ਰਨ ਆਇਆ। ਕਿਉਂ ਭਾਵੈ ਕਿਉਂ ਲਹਿ ਮਿਲਾਈ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਮਿਲਾ ਦਿਓ। ਗੁਰਮੁਖ ਸੁਭਾਅ ਵਿੱਚ ਜਿਉਣਾ ਸਿਖਾ। ਜ਼ਿੰਦਗੀ ਦਾ ਆਖਰੀ ਪਲ ਤੱਕ, ਆਖਰੀ ਸਵਾਸ ਤੱਕ ਤੁਹਾਡਾ ਬਣਿਆ ਰਵਾਂ, ਤੁਹਾਡੇ ਮਿਸ਼ਨ ਤੇ ਤੁਰਦਾ ਰਵਾਂ, ਤੁਹਾਡੇ ਮਿਸ਼ਨ ਤੇ ਤੁਰ ਕੇ ਤੁਹਾਡੀ ਬਖਸ਼ਿਸ਼ ਦਾ ਪਾਤਰ ਬਣ ਕੇ ਜੀਵਨ ਜਿਓ। ਕਰ ਕਿਰਪਾ ਪ੍ਰਭ ਭਗਤੀ ਲਾਵਹੁ, ਸੱਚ ਨਾਨਕ ਅੰਮ੍ਰਿਤ ਪੀਏ ਜੀਓ। ਵਾਹਿਗੁਰੂ ਜੀ ਤੁਸੀਂ ਕਿਰਪਾ ਕਰ ਦਿਓ, ਆਪਣੀ ਭਗਤੀ ਆਪੇ ਸਿਖਾ ਦਿੰਦੇ ਹੋ, ਆਪਣੀ ਭਗਤੀ ਲਾਉਂਦੇ ਹੋ। ਇਸ ਦੀ ਵੀ ਅੰਮ੍ਰਿਤ ਦਾ ਰਸ ਜੋ ਹੈ ਇਹ ਪਿਲਾਉਂਦੇ ਹੋ, ਸਾਨੂੰ ਮਿਲਦਾ ਰਹੇ। ਇਸ ਅੰਮ੍ਰਿਤ ਰਸ ਵਿੱਚ ਜੀਵਨ ਜਿਉਈਏ। ਸਤਿਗੁਰ ਕਿਰਪਾ ਕਰਨ ਸਰਬੱਤ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਮ ਜਿਮ